ਉਹਨਾਂ ਦੀ ਮਾੜੀ ਸੋਚ ਹੈ ਜੀ। ਉਹਨਾਂ ਦੀ ਸਿੱਖਾਂ ਪ੍ਰਤੀ ਜਾਂ ਧਰਮ ਪ੍ਰਤੀ ਜੋ ਨੈਗੇਟਿਵਿਟੀ ਦਿਸੀ ਹੈ, ਮੈਂ ਸਮਝਦੀ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਦੁੱਖ ਦੀ ਗੱਲ ਇਹ ਹੈ ਕਿ ਠੀਕ ਇਸ ਵੇਲੇ ਹੀ ਤਕਰੀਬਨ 6 ਵਜੇ ਦੇ ਕਰੀਬ ਸਾਨੂੰ 6:30 ਵਜੇ ਜਦੋਂ ਉਹ ਆਈ ਹੈ ਈਮੇਲ, ਇਮੀਡੀਏਟ ਮੈਂ ਪ੍ਰੈਸ ਨੂੰ ਦੱਸਿਆ ਇਸ ਕਰਕੇ ਕਿ ਸਾਡੇ ਸ਼ਰਧਾਲੂ ਰਸਤੇ 'ਚ ਵੀ ਆ ਰਹੇ ਆ ਜਾਂ ਪਹੁੰਚ ਗਏ ਆ, ਉਹਨਾਂ ਨੂੰ ਪਤਾ ਲੱਗ ਜਾਵੇ ਕਿਤੇ ਇੱਕਦਮ ਫਿਰ ਸਵੇਰੇ ਜਾ ਕੇ ਸਾਰੇ ਇਕੱਠੇ ਨਾ ਹੋ ਜਾਣ, ਕਿਉਂਕਿ ਅਸੀਂ ਵੀਜ਼ਾ ਦੇ ਵਾਲੇ ਪਾਸਪੋਰਟ ਸੀ ਜਿਹੜੇ ਡਿਸਟ੍ਰੀਬਿਊਟ ਕਰ ਚੁੱਕੇ ਸੀ। ਹੁੰਦਾ ਵੀ ਕਰਦੀ ਹਾਂ ਉੱਥੇ ਮੈਂ ਸਮਝਦੀ ਹਾਂ ਕਿ ਸਿੱਖ ਕੌਮ ਦੀ ਪਤਾ ਨਹੀਂ ਕੀ ਇਹਨਾਂ ਲੋਕਾਂ ਦੇ ਮਨ ਵਿੱਚ ਵਸਿਆ ਹੋਇਆ ਕਿ ਹਮੇਸ਼ਾ ਹੀ ਇਹਨਾਂ ਨੇ ਜਿੱਥੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਹੋਏ ਭਾਰਤ ਸਰਕਾਰ ਵੱਲੋਂ, ਜਿੱਥੇ ਸਾਡਾ 84 ਦੇ ਕਤਲੇਆਮ ਹੋਏ ਭਾਰਤ ਸਰਕਾਰ ਵੱਲੋਂ, ਉੱਥੇ ਸਾਡੇ ਇਸ ਮਹਾਨ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਉਣ ਵਿੱਚ ਜੋ ਇਹਨਾਂ ਰੁਕਾਵਟ ਪਾਈ ਹੈ ਜਾਂ ਰੋਕ ਲਾਈ ਹੈ, ਸਾਨੂੰ ਬਹੁਤ ਪੀੜਾ ਹੋਈ ਹੈ। ਔਰ ਜਿਹੜੇ ਸ਼ਰਧਾਲੂ ਬੜੇ ਮਾਯੂਸ ਅੱਜ ਮੁੜ ਕੇ ਗਏ ਹੈ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਇਹੀ ਕਹਿ ਕੇ ਸੱਚੇ ਪਾਤਸ਼ਾਹ ਹੁਣ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰੋ। ਅਸੀਂ ਤੇ ਉਸ ਥਾਂ ਤੇ ਚੱਲੇ ਸੀ ਜਿੱਥੇ ਅਸੀਂ ਦੇਖਣਾ ਸੀ ਵੀ ਕਿੱਥੇ ਸਾਡਾ ਉਹ ਜਿਹੜਾ ਛੋਟਾ ਜਿਹਾ ਬੱਚਾ ਸ਼ਹੀਦ ਹੋ ਗਿਆ, ਕਿੱਥੇ ਉਹ ਉਂਗਲੀਆਂ ਲੱਭਦੇ ਹੋਣਗੇ ਨਿੱਕੀਆਂ ਨਿੱਕੀਆਂ ਕਿ ਉਹਦੇ ਵੀ ਉਂਗਲੀਆਂ ਕੱਢੋ, ਉਹਦੇ ਵੀ ਅੰਗ ਕੱਢੋ, ਕਿਸ ਤਰ੍ਹਾਂ ਉਹ ਲੱਭਦੇ ਹੋਣਗੇ। ਤੇ ਦੇਖਣ ਜਾਣਾ ਸੀਗਾ ਵੀ ਕਿਸ ਤਰ੍ਹਾਂ ਸਾਡੇ ਸ਼ਹੀਦ ਉੱਥੇ ਹੋਏ ਹੈ। SGPC ਦੀ ਪ੍ਰਧਾਨ ਬੀਬੀ ਜਾਕੀਰ ਕੌਰ ਨੇ ਮੌਜੂਦਾ ਕੇਂਦਰ ਸਰਕਾਰ ਦੀ ਤੁਲਨਾ 1984 ਦੇ ਸਮੇਂ ਦੀ ਸਰਕਾਰ ਦੇ ਨਾਲ ਕੀਤੀ ਹੈ। ਕਿਹਾ ਕਿ ਸਰਕਾਰ ਸਿੱਖਾਂ ਤੇ ਜ਼ੁਲਮ ਕਰ ਰਹੀ ਹੈ। ਇਸ ਦਾ ਸਬੂਤ ਹੈ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਾ ਦੇਣਾ। ਸੁਣੋ ਕੀ ਕਹਿਣਾ ਹੈ SGPC ਦੀ ਪ੍ਰਧਾਨ ਬੀਬੀ ਜਾਕੀਰ ਕੌਰ ਦਾ। ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ, ਬਹੁਤ ਸਾਰੀਆਂ ਕੁਰਬਾਨੀਆਂ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਵਿੱਚ ਆਈ, ਜਿਹਦੇ ਵਿੱਚ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖਾਂ ਨੇ ਗੁਰਮਤਿ ਦੇ ਤਹਿਤ ਆਪਣੀ ਹਿੱਸਾ 'ਚ ਲਈ, ਉੱਥੇ ਫਿਰ ਵੱਡੀ ਕੁਰਬਾਨੀ ਕੀਤੀ ਗਈ ਨਨਕਾਣਾ ਸਾਹਿਬ ਦੇ ਵਿੱਚ। ਮੈਂ ਸਮਝਦੀ ਹਾਂ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਏਡੀਆਂ ਕਿਸੇ ਵੀ ਧਰਮ ਵਿੱਚ ਕੁਰਬਾਨੀਆਂ ਨਹੀਂ ਹੋਈਆਂ ਜਿੰਨੀਆਂ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਹੋਈਆਂ। ਭਾਈ ਲਛਮਣ ਸਿੰਘ ਜੀ, ਭਾਈ ਦਲੀਪ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਝੱਬਰ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਸ਼ਹੀਦ ਹੋ ਗਏ, ਉੱਥੇ ਉਹਨਾਂ ਦੀਆਂ ਖੂਨ ਦੇ ਨਾਲ ਇਹ ਸਿੱਖ ਫੁਲਵਾੜੀ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਹੋਂਦ ਵਿੱਚ ਆਈ। ਉਹਨਾਂ ਦੇ ਸੀਨੇ ਦੀ ਮਿੱਝ ਪਈ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾ ਦੇ ਵਿੱਚ। ਤੇ ਸਭ ਤੋਂ ਜਿਹੜੀ ਦਰਦਨਾਕ ਘਟਨਾ ਹੁੰਦੀ ਹੈ ਕਿ ਉੱਥੇ ਜਦੋਂ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਜਾ ਕੇ ਬੈਠੇ, ਗੋਲੀ ਚੱਲੀ, ਦਰਵਾਜ਼ੇ ਦੇ ਵਿੱਚੋਂ ਜੋ ਗੋਲੀਆਂ ਚੱਲੀਆਂ ਤੇ ਉਹਨਾਂ ਦੇ ਜਾ ਕੇ ਜੋ ਗੋਲੀਆਂ ਲੱਗੀਆਂ ਤੇ ਉਹ ਲੱਥ-ਪੱਥ ਹੋ ਗਏ ਖੂਨ ਨਾਲ। ਤੇ ਲੱਥ-ਪੱਥ ਹੋਇਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਵੀ ਮੇਰੇ ਗੁਰੂ ਦੀ ਗੋਦ ਵਿੱਚ ਨਾ ਲੱਗ ਜੇ, ਮੇਰੇ ਗੁਰੂ ਦੀ ਹਿੱਕ 'ਚ ਨਾ ਲੱਗ ਜੇ, ਮੈਂ ਭਾਵੇਂ ਬਿੰਨਿਆ ਜਾਵਾਂ ਤੇ ਪਰ ਮੇਰੇ ਗੁਰੂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਹੈ। ਤੇ ਲੱਥ-ਪੱਥ ਹੋਏ ਖੂਨ ਦੇ ਉੱਥੇ ਜਿਹੜਾ ਉਹਨੇ ਜੱਫਾ ਮਾਰ ਲਿਆ। ਇੱਕ ਹੋਰ ਜਿਹੜੀ ਬੜੀ ਦਰਦਨਾਕ ਘਟਨਾ ਕਿ ਜਿਹੜੇ ਸਿੰਘ ਉੱਥੇ ਜਾਂ ਅਜੇ ਸਹਿ ਕਰੇ ਸੀ, ਅਜੇ ਸ਼ਹੀਦ ਨਹੀਂ ਸੀ ਹੋਏ, ਉਹਨਾਂ ਦੀਆਂ ਲੱਤਾਂ ਬਾਹਾਂ ਕੱਟ ਕੇ ਉੱਥੇ ਢੇਰ ਲਾ ਦਿੱਤੇ, ਖੂਨ ਨਾਲ ਭਰਿਆ ਹੋਇਆ। ਜਦੋਂ ਅੰਦਰ ਹਾਲ ਸੰਗਤਾਂ ਨੇ ਜੋ ਦੇਖਿਆ ਤੇ ਫਿਰ ਉੱਥੇ ਧੋਣ ਲੱਗੇ, ਇਕੱਠਾ ਕਰਨ ਲੱਗੇ ਤਾਂ ਇੱਕ ਬਾਰੀ ਦੇ ਵਿੱਚੋਂ ਦੀ ਆਵਾਜ਼ ਆਉਂਦੀ, ਚੀਕਾਂ ਆਉਂਦੀਆਂ ਕਿ ਛੋਟਾ ਜਿਹਾ 8 ਸਾਲ ਦਾ ਬੱਚਾ ਜਿਹੜਾ ਸੱਜਿਆ ਤੱਜਿਆ ਭਾਈ ਕੇਰ ਸਿੰਘ ਦਾ, ਜਿਹਦਾ ਬਾਪ ਸ਼ਹੀਦ ਹੋ ਗਿਆ ਸੀ, ਉਹ ਆਵਾਜ਼ਾਂ ਦੇ ਰਿਹਾ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਤੇ ਉਹਨਾਂ ਨੇ ਦੇਖਿਆ ਕਿ ਇਹ ਆਵਾਜ਼ ਕਿਹਦੀ ਹੈ। ਜਦੋਂ ਬਾਰੀ ਖੋਲੀ ਹੈ ਤੇ 8 ਸਾਲ ਦਾ ਦਰਬਾਰਾ ਸਿੰਘ ਪਿੰਡ ਜਰਗ ਦਾ ਉਹ ਉੱਥੇ ਖੜਾ ਤੇ ਉਹਨਾਂ ਨੇ ਦੁਸ਼ਮਣਾਂ ਨੇ ਕੱਢ ਕੇ, ਉਹਨਾਂ ਦੇ ਗੁੰਡਿਆਂ ਨੇ ਕੱਢ ਕੇ ਨਰਾਣੇ ਦੇ ਨੇ ਉਹਨੂੰ ਚੱਕ ਕੇ ਜਿਉਂਦੇ ਨੂੰ ਉੱਥੇ ਜਿਹੜੀ ਲਾਸ਼ਾਂ ਸੜ ਰਹੀਆਂ ਸੀ ਉਹਦੇ ਸੁੱਟ ਦਿੱਤਾ। ਸੋ ਇੰਨੇ ਦਰਦਨਾਕ ਘਟਨਾਵਾਂ ਉੱਥੇ ਵਾਪਰੀਆਂ, ਸ਼ਾਇਦ ਹਿਰਦਾ ਬਲੂੰਦਰਿਆ ਜਾਂਦਾ। ਔਰ ਮੈਂ ਕਹਿੰਦੀ ਸਾਡੀ ਜ਼ੁਬਾਨ 'ਚੋਂ ਗੱਲ ਕਰਨ ਲੱਗਿਆਂ ਵੀ ਅਸੀਂ ਥਿੜਕਦੇ ਹਾਂ ਕਿ ਇਹੋ ਜਿਹੀ ਸ਼ਹਾਦਤ ਦੀ ਗੱਲ ਦੱਸੀਏ ਕਿੱਦਾਂ ਸੰਗਤ। ਸੋ ਬਹੁਤ ਹੀ ਦਰਦਨਾਕ ਘਟਨਾ। ਔਰ ਮੈਂ ਸਮਝਦੀ ਕਿ ਸਾਡੇ ਮੇਰੇ ਖਾਸ ਕਰਕੇ ਧੰਨ ਭਾਗ ਹੈ ਕਿ ਮੈਨੂੰ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਸਮਾਂ ਜਿਹੜਾ ਇਹ ਸ਼ਤਾਬਦੀ 100 ਸਾਲਾ ਮਨਾਉਣ ਦੀ ਜਿਹੜੀ ਬਖਸ਼ਿਸ਼ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦਿਆਂ ਹੋਇਆਂ 100 ਸਾਲ ਦੀ ਸ਼ਤਾਬਦੀ ਜਿਹੜੀ ਹੈ ਉਸ ਨਗਰ 'ਚ ਆ ਕੇ ਮਨਾ ਰਹੀ ਹੈ, ਸਾਰੇ ਸ਼ਹੀਦਾਂ ਨੂੰ ਸਮਰਪਿਤ ਕਰਕੇ। ਜਿੰਨੇ ਵੀ ਭਾਈ ਲਛਮਣ ਸਿੰਘ ਜੀ ਦੇ ਸਮੇਤ
ਜਿੰਨੇ ਵੀ ਬਾਕੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਹ 100 ਸਾਲਾ ਇਤਿਹਾਸ ਫਿਰ ਦੁਬਾਰਾ ਸੰਗਤ ਵਿੱਚ ਦੱਸਿਆ ਜਾਵੇ, ਤਾਂ ਜੋ ਕੌਮ ਨੂੰ ਪਤਾ ਲੱਗ ਜਾਵੇ ਵੀ ਗੁਰਦੁਆਰੇ ਉਹਨਾਂ ਮਹੰਤਾਂ ਕੋਲੋਂ, ਉਹਨਾਂ ਮਸੰਦਾਂ ਕੋਲੋਂ ਜਿਨ੍ਹਾਂ ਨੇ ਗੁਰਮਤਿ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਇੱਥੇ ਅਸ਼ਲੀਲ ਨਾਚ ਨਚਾਏ ਸੀ, ਜਿਨ੍ਹਾਂ ਲੋਕਾਂ ਨੇ ਉੱਥੇ ਸ਼ਰਾਬਾਂ ਪੀਤੀਆਂ, ਨਸ਼ੇ ਦੇ ਲੋਰ ਵਿੱਚ ਬਹੁਤ ਮਾੜੇ ਕਰਮ ਕੀਤੇ ਸੀਗੇ, ਉਹਨਾਂ ਤੋਂ ਕਿੱਦਾਂ ਗੁਰਮਤਿ ਵਿੱਚ ਲਿਆਂਦੇ। ਤੇ ਸਾਨੂੰ ਵੀ ਅੱਜ ਸੇਧ ਲਿਆਉਣ ਦੀ ਲੋੜ ਹੈ ਕਿ ਆਪਣੇ ਗੁਰੂ ਘਰ ਦੀ ਗੁਰਮਤਿ ਦੇ ਵਾਸਤੇ, ਮਰਿਆਦਾ ਵਾਸਤੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਆਜ਼ਾਦ ਕਰਾਇਆ ਸੀ ਉਸ ਦੀ ਸਾਰੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਸਾਰੀ ਕੌਮ ਫਿਰ ਇਕੱਠੀ ਹੋਵੇ, ਤਤਪਰ ਹੋਵੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੋਣਾ। ਸੋ ਮੈਂ ਨਮਸਕਾਰ ਕਰਦੀ ਉਹਨਾਂ ਸ਼ਹੀਦਾਂ ਨੂੰ, ਤੇ ਨਾਲ ਹੀ ਅਰਦਾਸ ਕਰਦੀ ਹਾਂ ਕਿ ਅਸੀਂ ਸਾਰੇ ਨਗਰ ਵਾਲੇ, ਇਲਾਕੇ ਵਾਲੇ, ਇਕੱਲੇ ਨਹੀਂ, ਸਾਰੇ ਹਿੰਦੁਸਤਾਨ ਕੀ ਵਰਲਡ ਵਿੱਚ ਵਸਦੇ ਸਿੱਖ ਜਿਹੜੇ ਹੈ ਉਸ ਦੇ ਨੂੰ ਸ਼ਰਧਾ ਨਾਲ ਸਿਰ ਝੁਕਾਈਏ, ਕਿਤੇ ਵੀ ਅਸੀਂ ਵਸਦੇ ਹੋਈਏ, ਲੇਕਿਨ ਸਾਡਾ ਧਿਆਨ ਇਸ ਸਮਾਗਮ 'ਚ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਹਰ ਬੈਠੇ ਵੀ ਭਾਈ ਲਛਮਣ ਸਿੰਘ ਜੀ ਤੇ ਬਾਕੀ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰ ਸਕੀਏ। ਪ੍ਰਧਾਨ ਜੀ, ਜੇ ਗੱਲ ਕੀਤੀ ਜਾਵੇ ਇਹ ਇਤਿਹਾਸ ਦੇ ਵਿੱਚ ਲਾਸਾਨੀ ਸ਼ਹਾਦਤ ਆ, ਉਸ ਵੇਲੇ ਜਦੋਂ ਇਹ ਸ਼ਹਾਦਤ ਹੋਈ ਸੀ ਤਾਂ ਉਹ ਮਹਾਤਮਾ ਗਾਂਧੀ ਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਪੌੜੀ ਇਹ ਚੜ੍ਹ ਚੁੱਕੇ ਆ, ਪਰ ਅੱਜ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਜੱਥਾ ਜਾਣਾ ਸੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ, ਤੇ ਕੇਂਦਰ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ। ਕੀ ਸਮਝਦੇ ਹੋ, ਸ਼੍ਰੋਮਣੀ ਅਕਾਲੀ ਦਲ ਜਾਂ HPC ਕਿਸਾਨਾਂ ਦੀ ਮਦਦ ਕਰ ਰਿਹਾ ਤਾਂ ਐਸਾ ਹੋ ਰਿਹਾ ਜੀ? ਦੇਖੋ, ਇਹ ਉਹਨਾਂ ਦੀ ਮਾੜੀ ਸੋਚ ਹੈ ਜੀ। ਉਹਨਾਂ ਦੀ ਸਿੱਖਾਂ ਪ੍ਰਤੀ ਜਾਂ ਧਰਮ ਪ੍ਰਤੀ ਜੋ ਨੈਗੇਟਿਵਿਟੀ ਦਿਸੀ ਹੈ, ਮੈਂ ਸਮਝਦੀ ਹਾਂ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਜੋ ਉਹਨਾਂ ਨੇ ਚਿੱਠੀ ਵੀ ਕੱਲ੍ਹ ਆਈ ਹੈ, ਸਾਡਾ ਜਥਾ ਬਿਲਕੁਲ ਤਿਆਰ ਸੀ, ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ, ਸਾਡੇ ਸਾਰੇ ਟਰਾਂਸਪੋਰਟ ਦੇ ਪ੍ਰਬੰਧ ਅਸੀਂ ਉੱਥੇ ਸਾਰੇ ਕਹਿ ਕੇ ਕਰਵਾ ਲਏ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਠੀਕ ਇਸ ਵੇਲੇ ਹੀ ਤਕਰੀਬਨ 6 ਵਜੇ ਦੇ ਕਰੀਬ ਸਾਨੂੰ 6:30 ਵਜੇ ਜਦੋਂ ਉਹ ਆਈ ਹੈ ਈਮੇਲ, ਇਮੀਡੀਏਟ ਮੈਂ ਪ੍ਰੈਸ ਨੂੰ ਦੱਸਿਆ ਇਸ ਕਰਕੇ ਕਿ ਸਾਡੇ ਸ਼ਰਧਾਲੂ ਰਸਤੇ 'ਚ ਵੀ ਆ ਰਹੇ ਆ ਜਾਂ ਪਹੁੰਚ ਗਏ ਆ, ਉਹਨੂੰ ਪਤਾ ਲੱਗ ਜਾਵੇ ਕਿਤੇ ਇੱਕਦਮ ਫਿਰ ਸਵੇਰੇ ਜਾ ਕੇ ਸਾਰੇ ਇਕੱਠੇ ਨਾ ਹੋ ਜਾਣ, ਕਿਉਂਕਿ ਅਸੀਂ ਵੀਜ਼ਾ ਦੇ ਵਾਲੇ ਪਾਸਪੋਰਟ ਸੀ ਜਿਹੜੇ ਡਿਸਟ੍ਰੀਬਿਊਟ ਕਰ ਚੁੱਕੇ ਸੀਗੇ, ਵੀ ਘਰਾਂ ਨੂੰ ਚਲੇ ਗਏ। ਸਾਨੂੰ ਇਹ ਸੀਗਾ ਕਿ ਸਿੱਧਾ ਹੀ ਨਾ ਜਾ ਕੇ ਬਾਰਡਰ ਦੇ। ਅੱਜ ਇੱਕ ਫੋਟੋ ਆਈ ਹੈ, ਉੱਥੋਂ ਵੀਡੀਓ ਆਈ ਹੈ ਕਿ ਜਿਹੜੇ ਨਨਕਾਣਾ ਸਾਹਿਬ ਤੋਂ ਆ ਕੇ ਸੰਗਤਾਂ ਉੱਥੇ ਹਾਰ ਲੈ ਕੇ ਖੜੀਆਂ ਹੋਈਆਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਨਹੀਂ ਪਹੁੰਚਣਾ ਜਥਾ। ਸੋ ਉਹ ਅੱਗੇ ਰਿਸੀਵ ਕਰਨ ਨੂੰ ਖੜੇ ਸੀਗੇ ਕਿ ਜਥਾ ਆ ਰਿਹਾ ਤੇ ਅਸੀਂ ਉਹਨਾਂ ਨੂੰ ਰਿਸੀਵ ਕਰਨਾ। ਸੋ ਮੈਂ ਜਿੱਥੇ ਇਹਦੀ ਸਖਤ ਨਿੰਦਾ ਵੀ ਕਰਦੀ ਹਾਂ, ਉੱਥੇ ਮੈਂ ਸਮਝਦੀ ਹਾਂ ਕਿ ਸਿੱਖ ਕੌਮ ਦੀ ਪਤਾ ਨਹੀਂ ਕੀ ਇਹਨਾਂ ਲੋਕਾਂ ਦੇ ਮਨ ਵਿੱਚ ਵਸਿਆ ਹੋਇਆ ਕਿ ਹਮੇਸ਼ਾ ਹੀ ਇਹਨਾਂ ਨੇ, ਜਿੱਥੇ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਹੋਏ ਭਾਰਤ ਸਰਕਾਰ ਵੱਲੋਂ, ਜਿੱਥੇ ਸਾਡਾ 84 ਦੇ ਕਤਲੇਆਮ ਹੋਏ ਭਾਰਤ ਸਰਕਾਰ ਵੱਲੋਂ, ਉੱਥੇ ਸਾਡੇ ਇਸ ਮਹਾਨ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਉਣ ਵਿੱਚ ਜੋ ਇਹਨਾਂ ਰੁਕਾਵਟ ਪਾਈ ਹੈ ਜਾਂ ਰੋਕ ਲਾਈ ਹੈ, ਸਾਨੂੰ ਬਹੁਤ ਪੀੜਾ ਹੋਈ ਹੈ। ਔਰ ਜਿਹੜੇ ਸ਼ਰਧਾਲੂ ਬੜੇ ਮਾਯੂਸ ਅੱਜ ਮੁੜ ਕੇ ਗਏ ਹੈ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਇਹੀ ਕਹਿ ਕੇ ਸੱਚੇ ਪਾਤਸ਼ਾਹ ਹੁਣ ਸਾਡੀ ਹਾਜ਼ਰੀ ਇੱਥੋਂ ਹੀ ਕਬੂਲ ਕਰੋ। ਅਸੀਂ ਤੇ ਉਸ ਥਾਂ ਤੇ ਚੱਲੇ ਸੀ ਜਿੱਥੇ ਅਸੀਂ ਦੇਖਣਾ ਸੀ ਵੀ ਕਿੱਥੇ ਸਾਡਾ ਉਹ ਜਿਹੜਾ ਛੋਟਾ ਜਿਹਾ ਬੱਚਾ ਸ਼ਹੀਦ ਹੋ ਗਿਆ, ਕਿੱਥੇ ਉਹ ਉਂਗਲੀਆਂ ਲੱਭਦੇ ਹੋਣਗੇ ਨਿੱਕੀਆਂ ਨਿੱਕੀਆਂ ਕਿ ਉਹਦੇ ਵੀ ਉਂਗਲੀਆਂ ਕੱਢੋ, ਉਹਦੇ ਵੀ ਅੰਗ ਕੱਢੋ, ਕਿਸ ਤਰ੍ਹਾਂ ਲੱਭਦੇ ਹੋਣਗੇ। ਅਸੀਂ ਦੇਖਣ ਜਾਣਾ ਸੀਗਾ ਵੀ ਕਿਸ ਤਰ੍ਹਾਂ ਸਾਡੇ ਸ਼ਹੀਦ ਉੱਥੇ ਹੋਏ ਹੈ। ਸੋ ਮੈਂ ਸਮਝਦੀ ਹਾਂ ਕਿ ਇਹ ਉਹਨਾਂ ਦੀ ਸੋਚ ਹੈ ਜੀ। ਅੱਜ ਫਿਰ ਮੈਂ ਚਿੱਠੀ ਲਿਖੀ ਹੈ ਦੁਬਾਰਾ, ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖੀ ਹੈ, ਹੋਮ ਮਿਨਿਸਟਰ ਨੂੰ ਵੀ ਲਿਖੀ ਹੈ ਕਿ ਇੱਕ ਵਾਰੀ ਆਪਣੇ ਫੈਸਲੇ ਰਿਵਿਊ ਕਰੋ ਤਾਂ ਜੋ ਸਾਨੂੰ ਅੱਜ ਨਹੀਂ ਤੇ ਕੱਲ੍ਹ ਹੀ ਮਨਜ਼ੂਰੀ ਦੇ ਦਿਓ, ਅਸੀਂ 21 ਤੋਂ ਪਹਿਲਾਂ ਜਾ ਕੇ ਉੱਥੇ ਪਹੁੰਚ ਸਕੀਏ। ਕੱਲ੍ਹ ਜੋ ਨਤੀਜੇ ਆਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ, ਜੋ ਹਾਲਾਤ ਨਗਰ ਨਿਗਮ ਤੇ ਨਗਰ ਕੌਂਸਲ? ਦੇਖੋ ਜੀ, ਗੱਲ ਇਹ ਹੈ, ਮੈਂ ਵੈਸੇ ਇਸ ਸੰਦੇਸ਼ ਦੇ ਵਿੱਚ ਕੋਈ ਮੈਂ ਬਹੁਤੀ ਗੱਲ ਨਹੀਂ ਸੀ ਕਰਨਾ ਚਾਹੁੰਦੀ, ਪਰ ਇੱਕ ਮੈਂ ਕਹਿੰਦੀ ਹਾਂ ਕਿ ਪੰਥ ਦੀ ਸਦਾ ਚੜ੍ਹਦੀ ਕਲਾ ਰਹੇਗੀ। ਜਿੰਨਾ ਮਰਜ਼ੀ ਸਰਕਾਰਾਂ ਤਸ਼ੱਦਦ ਕਰ ਲੈਣ, ਜਿੰਨਾ ਮਰਜ਼ੀ ਸਰਕਾਰਾਂ ਧੱਕੇ ਕਰ ਲੈਣ, ਪੰਥ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ। ਔਰ ਮੈਂ ਉਹਨੂੰ ਵਧਾਈ ਦਿੰਦੀ ਹੈ ਸਾਰੇ ਮੇਰੇ ਵੀਰਾਂ ਨੂੰ, ਭੈਣਾਂ ਨੂੰ, ਜਿਨ੍ਹਾਂ ਨੇ ਇਸ ਧੱਕਿਆਂ ਦੇ ਵਿੱਚ ਵੀ, ਬਹੁਤ ਗੋਲੀਆਂ ਵੀ ਚੱਲੀਆਂ, ਧੱਕੇ ਵੀ ਵੱਜੇ, ਅਸ਼ਲੀਲ ਵੀ ਉਹਨਾਂ ਨੇ ਕੰਮ ਕੀਤੇ, ਪਰ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਔਰ ਡਟ ਕੇ ਜਿਹੜੀ ਹੈ ਉਹ ਆਪਣੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ, ਕਿਉਂਕਿ ਕਰੋਨਾ ਕਾਲ ਤੋਂ ਬਾਅਦ ਅਸੀਂ ਅੱਜ ਵੀ ਚਿੱਠੀ ਪਾਈ ਹੈ ਜੀ ਉਹਨਾਂ ਨੂੰ ਕਿ ਇੱਕ ਬਹਾਨੇ ਨੇ ਤੁਹਾਡੇ ਉੱਥੇ ਕੋਵਿਡ-19 ਦਾ ਵੀ ਬਹਾਨਾ ਹੀ ਹੈ, ਉੱਥੇ ਰਿਸਕ ਕੀ ਹੈ, ਉੱਥੇ ਸਾਨੂੰ ਕੀ ਥ੍ਰੈਟਸ ਨੇ, ਸਾਨੂੰ ਕੀ ਉੱਥੇ ਡਰ ਹੈ, ਉਹ ਸਿਕਿਉਰਿਟੀ ਦਾ ਕੀ ਡਰ ਹੈ। ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਨੂੰ ਕਹਿੰਦੇ ਸੀਗਾ ਕਿ ਸਾਡਾ ਜਥਾ ਆ ਰਿਹਾ, ਇਹਦੀ ਸਿਕਿਉਰਿਟੀ ਦਾ ਪ੍ਰਬੰਧ ਸਰਕਾਰ ਨੇ ਕਰਨਾ। ਜੇ ਕੋਈ ਐਸੀ ਗੱਲ ਸੀ, ਮੈਨੂੰ ਇੱਕੋ ਹੀ ਦੁੱਖ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਹਾਨ ਸਿਰਮੌਰ ਜਥੇਬੰਦੀ ਕੀ ਜਾਂਦੀ ਹੈ, ਔਰ ਉਸ ਦੇ ਪ੍ਰਧਾਨ ਨਾਲ ਕੀ ਹੋਮ ਮਿਨਿਸਟਰ ਨੇ ਇਹ ਵੀ ਚੰਗਾ ਨਾ ਸਮਝਿਆ ਕਿ 4 ਦਿਨ ਪਹਿਲਾਂ ਮੇਰੇ ਨਾਲ ਗੱਲ ਕਰ ਲਈ ਜਾਂਦੀ ਕਿ ਪ੍ਰਧਾਨ ਜੀ ਆਹ ਗੱਲ ਹੈ, ਜਾਂ ਤੁਸੀਂ ਪਰੇਸ਼ਾਨ ਨਾ ਹੋਇਓ, ਸਾਨੂੰ ਕੋਈ ਉੱਥੋਂ ਕਾਲਸ ਆਈਆਂ ਨੇ, ਸਾਨੂੰ ਉੱਥੇ ਪਤਾ ਲੱਗਾ ਕਿ ਸਿਕਿਉਰਿਟੀ ਦਾ ਖਤਰਾ ਹੈ,
ਸਾਨੂੰ ਪਹਿਲਾਂ ਦੱਸ ਦਿੰਦੇ ਤਾਂ ਜੋ ਸਾਡਾ ਵੀਜ਼ਾ ਨਾ ਅਸੀਂ ਭੇਜਦੇ, ਜਾਂ ਅਸੀਂ ਸੰਗਤ ਨੂੰ ਕਹਿ ਦਿੰਦੇ ਕਿ ਉੱਥੇ ਹਾਲਾਤ ਠੀਕ ਨਹੀਂ ਗੇ, ਸਰਕਾਰ ਵੱਲੋਂ ਰਿਪੋਰਟ ਆਈ ਹੈ ਤੇ ਇਸ ਕਰਕੇ ਇਹ ਪੋਸਟਪੋਨ ਕਰ ਦਿੰਦੇ ਜਾਂ ਕੁਝ ਕਰਦੇ। ਪਰ ਜਦੋਂ ਵੀਜ਼ੇ ਲੱਗ ਜਾਣ, ਹੋਮ ਮਿਨਿਸਟਰੀ ਵੱਲੋਂ ਇਨਕੁਆਇਰੀ ਹੋ ਜਾਵੇ ਸਾਰਾ ਕੁਝ, ਔਰ ਤੁਸੀਂ ਹੈਰਾਨ ਹੋਏ, ਗੁਜਰਾਤ ਤੋਂ, ਹਿਮਾਚਲ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਵਿਦੇਸ਼ ਦੂਰੋਂ ਦੂਰੋਂ ਲੋਕ ਆਏ, ਦੂਰੋਂ ਦੂਰੋਂ ਜਿਹੜੇ ਸੀਗੇ ਸ਼ਰਧਾਲੂ ਆਏ ਸੀ। ਕਹਿੰਦੇ ਸੀ ਐਤਕੀ ਨਾ ਵੱਖਰਾ ਹੀ ਚਾਅ ਆ, ਵੱਖਰੀ ਸ਼ਰਧਾ ਹੈ, ਵੱਖਰਾ ਹੀ ਉਹਨਾਂ ਦੇ ਮਨ 'ਚ ਸੀਗਾ ਕਿ ਅਸੀਂ ਜਾ ਕੇ ਉਸ ਸਥਾਨ ਨੂੰ ਵੇਖਣਾ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ 250 ਤੋਂ ਵੱਧ ਜਿਹੜੇ ਸੀ ਸ਼ਹੀਦੀਆਂ ਪਾ ਗਏ। ਤੇ ਸਾਡੀ ਕੌਮ ਨੂੰ ਇੱਕ ਸਿਰ ਉੱਚਾ ਕਰਕੇ ਕਹਿਣਾ, ਅਸੀਂ ਕਹਿੰਦੇ ਹਾਂ ਕਿ ਜੇ ਉਹਨਾਂ ਸਾਰੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀ ਸੀ, ਤੇ ਮਹਾਤਮਾ ਗਾਂਧੀ ਵਰਗੇ ਨੇ ਕਿਹਾ ਸੀ ਕਿ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਅਸੀਂ ਜਿੱਤ ਲਈ ਹੈ। ਅੱਜ ਉਹੀ ਸਿੱਖ ਮਾੜੇ ਲੱਗਣ ਲੱਗ ਪਏ, ਅੱਜ ਉਹੀ। ਬਟਾਲਾ ਤੋਂ ਅਵਤਾਰ ਸਿੰਘ ਦੀ ਰਿਪੋਰਟ ਦਾ ਟੀਵੀ NRI।